प्रधान मंत्री का आवास घेरन की कॉल की गई है और उन्होंने कहा कि सारिਆਂ ਨੂੰ ਉੱਥੇ ਪਹੁੰਚਣ ਲਈ ਗੱਲਬਾਤ ਕੀਤੀ है। सो जानते हैं की है मुद्दा। ये सच है कि कल 10 ਦਸੰਬਰ ਨੂੰ ਤੁਸੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਨੂੰ ਘੇਰਾਵ ਕਰਨ ਦੀ ਗੱਲਾਂ ਕਰ ਰਹੇ ਹੋ। 25 ਤਰੀਕ ਨੂੰ ਅਸੀਂ ਉੱਥੇ ਗਏ ਸੀਗੇ। ਅੱਜ 15 ਦਿਨ ਹੋ ਗਏ। ਉਹ ਸਾਨੂੰ ਟਾਲਮ ਟੋਲ ਪਾਰਲੀਮੈਂਟ ਚੱਲ ਰਹੀ ਹੈਗੇ। ਜਿਉਂ ਪਹਿਲੀ ਜਨਵਰੀ ਤੋਂ GST ਲਾਗੂ ਹੋਣਾ ਹੈਗਾ ਤਿਉਂ ਸਾਡੇ ਵਪਾਰੀਆਂ ਦੀਆਂ ਟੈਕਸਟਾਈਲ ਵਪਾਰੀਆਂ ਦੀਆਂ ਦਿਲਾਂ ਦੀਆਂ ਧੜਕਣਾਂ ਘਟਦੀਆਂ ਜਾ ਰਹੀਆਂ ਹੈਗੀਆਂ। ਆਹ ਸੈਂਟਰਲ ਗਵਰਨਮੈਂਟ ਨੂੰ ਸਮਝਣਾ ਪਏਗਾ 10 ਸਾਲਾਂ 'ਚ ਬੰਗਲਾਦੇਸ਼ ਦੀ ਟੈਕਸਟਾਈਲ ਮਾਰਕੀਟ ਕਿਤੇ ਚਲੇਗੀ ਔਰ ਅਸੀਂ ਸਾਡੀ ਮਾਰਕੀਟ ਸਾਰੀ ਡਾਊਨ ਆ ਗਈ। ਨਾ ਇਨਕਮ ਟੈਕਸ ਹੋਣਾ ਚਾਹੀਦਾ ਦੇਸ਼ 'ਚ, ਨਾ GST ਹੋਣਾ ਚਾਹੀਦਾ ਹੈਗਾ। ਤੇ ਹੌਜ਼ਰੀ ਦੀ ਤਾਂ ਕੋਈ ਵੀ ਆਈਟਮ ਸ਼ਾਇਦ 1000 ਰੁਪਏ ਤੋਂ ਜਾਂ 1200 ਤੋਂ ਥੱਲੇ ਪੈਂਦੀ ਹੋਈ ਨਹੀਂ ਜੇ ਵਿੰਟਰ ਹੌਜ਼ਰੀ ਦੀ ਗੱਲ ਕਰੀਏ। ਤੇ ਜੇ ਉਹ ਥੱਲੇ ਪੈਂਦੀ ਹੋਈ ਨਹੀਂ ਫਿਰ ਤੁਹਾਨੂੰ ਕੀ ਫਰਕ ਪਿਆ? ਸਿਰਫ ਆਮ ਜਨਤਾ ਜਿਹੜੀ ਹੈਗੀ ਹੈ 135 ਕਰੋੜ ਦਾ ਮੁਲਕ ਹੈਗਾ। ਇੱਥੇ ਤਾਂ 200 ਰੁਪਏ 300 ਰੁਪਏ ਦੀ ਉਹ ਸਾਡੀ ਮਮਤਾ ਬਨਰਜੀ ਹੈਗੀ ਉਹ ਅੱਜ ਵੀ 250 ਰੁਪਏ ਦੀ ਵਿਚਾਰੀ ਸਾੜੀ ਪਾਉਂਦੀ 200 ਰੁਪਏ ਦੀ ਜੁੱਤੀ ਪਾਉਂਦੀ ਹੈ। ਇਹ ਜਿਹੜਾ ਗਰੀਬ ਤਬਕਾ ਇੰਨਾ ਹੈਗਾ ਉਹਦਾ ਸਾਰਾ ਹੀ ਨੂੰ ਵਿਚਾਰੀ ਕਿਹਾ ਕਿਤੇ ਇਹ ਤਾਂ ਨਹੀਂ ਕਿ ਤੁਹਾਡੇ ਨਾਲ ਉਹਨਾਂ ਦੀ ਵੀ ਕੋਈ ਰਾਜਨੀਤਿਕ ਸਾਂਠਗਾਂਠ ਹੋ ਰਹੀ ਹੈ, ਤੁਸੀਂ ਬੜਾ ਉਹਨਾਂ ਦੇ ਫੇਵਰ 'ਚ ਬੋਲ ਰਹੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਸ ਵੇਲੇ ਦੀ ਵੱਡੀ ਅਪਡੇਟ ਨਾਲ। ਵੱਡੀ ਅਪਡੇਟ ਇਹ ਹੈ ਕਿ ਲੁਧਿਆਣਾ ਦੇ ਵਿੱਚੋਂ, ਜੀ ਹਾਂ, ਲੁਧਿਆਣਾ ਦੇ ਵਿੱਚੋਂ ਬਣੀ ਭਾਰਤੀ ਆਰਥਿਕ ਪਾਰਟੀ BAP ਬਾਪ ਦੇ ਜਿਹੜੇ ਰਾਸ਼ਟਰੀ ਅਧਿਕਸ਼ ਹੈਗੇ ਤਰੁਣਜਨ ਬਾਵਾ ਜੀ, ਜਿਹੜੇ ਕਿ ਲੁਧਿਆਣਾ ਸ਼ਹਿਰ ਦੇ ਉੱਗੇ ਇੱਕ ਵਪਾਰੀ ਲੀਡਰ ਵੀ ਹੈਗੇ ਹੈ, ਉਹਨਾਂ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਕਿ ਕੱਲ੍ਹ, ਜੀ ਹਾਂ ਕੱਲ੍ਹ ਯਾਨੀ ਕਿ 10 ਦਸੰਬਰ ਨੂੰ ਪ੍ਰਧਾਨ ਮੰਤਰੀ ਦਾ ਆਵਾਸ ਘੇਰਨ ਦੀ ਕਾਲ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਉੱਥੇ ਪਹੁੰਚਣ ਲਈ ਗੱਲਬਾਤ ਕੀਤੀ ਹੈ। ਸੋ ਜਾਣਦੇ ਹਾਂ ਕੀ ਹੈ ਮੁੱਦਾ। ਨਮਸਕਾਰ ਸਰ। ਨਮਸਕਾਰ ਜੀ ਸਰ, ਤੁਸੀਂ ਇੱਕ ਮੈਸੇਜ ਮੀਡੀਆ ਨੂੰ ਦੱਸਿਆ ਜਾਂ ਹੋਰ ਵੀ ਆਪਣੇ ਤੁਹਾਡੇ ਵੱਲੋਂ ਇੱਕ ਮੈਸੇਜ ਫਲੋਟ ਹੋ ਰਿਹਾ ਹੈ ਕਿ ਇਹ ਸੱਚ ਹੈ ਕਿ ਕੱਲ੍ਹ 10 ਦਸੰਬਰ ਨੂੰ ਤੁਸੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਨੂੰ ਘੇਰਾਵ ਕਰਨ ਦੀ ਗੱਲਾਂ ਕਰ ਰਹੇ ਹੋ। ਸੰਦੀਪ ਜੀ, ਅਸੀਂ ਜੋ GST ਕੱਪੜੇ ਤੇ ਔਰ ਸ਼ੂਜ਼ ਦੇ ਉੱਪਰ 5 ਤੋਂ 12% ਕੇਂਦਰੀ ਸਰਕਾਰ ਨੇ ਕੀਤਾ ਹੈਗਾ ਜੀ, ਪੂਰਾ ਭਾਰਤ ਜਿੰਨਾ ਵੀ ਟੈਕਸਟਾਈਲ ਵਪਾਰੀ ਹੈਗੇ ਨੇ ਔਰ ਸ਼ੂਜ਼ ਮੈਨੂਫੈਕਚਰਰ ਹੈਗੇ ਆ ਉਹਦਾ ਪੁਰਜੋਰ ਵਿਰੋਧ ਕਰ ਰਹੇ ਆ। ਅਸੀਂ ਇਹ ਕਾਲ ਦਿੱਤੀ ਸੀਗੀ 24 ਤਰੀਕ ਨੂੰ ਪਿਛਲੇ ਮਹੀਨੇ ਦੀ, ਤੇ ਸਾਨੂੰ ਅਗਲੇ ਹੀ ਦਿਨ ਕਾਲ ਆ ਗਈ ਸੀਗੀ ਪ੍ਰਾਈਮ ਮਿਨਿਸਟਰ ਸਾਹਿਬ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਆ ਔਰ ਕੈਬਨਿਟ ਮੰਤਰੀ ਹੈਗੇ ਸ਼੍ਰੀ ਪੁਰਸ਼ੋਤਮ ਰੁਪਾਲਾ ਜੀ, ਜਿਹੜੇ ਕਿ ਮਿਨਿਸਟਰ ਹੈਗੇ ਨੇ, ਕੈਬਨਿਟ ਮਿਨਿਸਟਰ ਹੈਗੇ ਨੇ ਫਿਸ਼ਰੀਜ਼ ਐਂਡ ਐਨੀਮਲ ਹਸਬੈਂਡਰੀ। ਆਹ ਪ੍ਰਾਈਮ ਮਿਨਿਸਟਰ ਸਾਹਿਬ ਦੇ ਚੀਫ ਐਡਵਾਈਜ਼ਰ ਨੇ, ਇਹਨਾਂ ਦੀ ਸਾਨੂੰ ਕਾਲ ਆ ਗਈ ਸੀਗੀ ਤੇ ਅਗਲੇ ਦਿਨ ਸਾਡਾ 5 ਮੈਂਬਰਾਂ ਦਾ ਡੈਲੀਗੇਸ਼ਨ ਉਹਨਾਂ ਨੇ ਕਾਲ ਕਰ ਲਿਆ ਸੀਗਾ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਵੀ ਅਸੀਂ ਬਹੁਤ ਜਲਦੀ ਤੁਹਾਡੀ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਜੀ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਵੀ ਗੱਲ ਕਰਾਵਾਂਗੇ ਤੇ ਤੁਸੀਂ ਹਾਲੇ ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਨਿਵਾਸ ਨੂੰ ਘਿਰਾਵ ਦੀ ਜਿਹੜਾ ਤੁਸੀਂ ਪ੍ਰੋਗਰਾਮ ਬਣਾਇਆ ਹੈਗਾ ਇਹਨੂੰ ਪੋਸਟਪੋਨ ਕਰ ਦਿਓ। ਉਹਨਾਂ ਦੇ ਆਸ਼ਵਾਸਨ ਤੇ ਅਸੀਂ ਪ੍ਰੋਗਰਾਮ ਪੋਸਟਪੋਨ ਕਰ ਦਿੱਤਾ। ਪਰ ਅੱਜ ਤਰੀਕ ਹੋ ਗਈ ਹੈ 9। ਸਾਨੂੰ 25 ਤਰੀਕ ਨੂੰ ਅਸੀਂ ਉੱਥੇ ਗਏ ਸੀਗੇ। ਅੱਜ 15 ਦਿਨ ਹੋ ਗਏ। ਉਹ ਸਾਨੂੰ ਟਾਲਮ ਟੋਲ ਪਾਰਲੀਮੈਂਟ ਚੱਲ ਰਹੀ ਹੈਗੇ। ਚਲੋ ਕਿਸਾਨਾਂ ਵਾਲਾ ਮੁੱਦਾ ਵੀ ਬੜਾ ਅਹਿਮ ਹੈਗਾ ਤੇ ਉਹ ਸਾਨੂੰ ਟਾਈਮ ਨਹੀਂ ਦੇ ਪਾ ਰਹੇ। ਜਿਉਂ ਪਹਿਲੀ ਜਨਵਰੀ ਤੋਂ GST ਲਾਗੂ ਹੋਣਾ ਹੈਗਾ ਤਿਉਂ ਸਾਡੇ ਵਪਾਰੀਆਂ ਦੀਆਂ ਟੈਕਸਟਾਈਲ ਵਪਾਰੀਆਂ ਦੀਆਂ ਦਿਲਾਂ ਦੀਆਂ ਧੜਕਣਾਂ ਘਟਦੀਆਂ ਜਾ ਰਹੀਆਂ ਹੈਗੀਆਂ ਵੀ 5 ਤੋਂ 12% ਜੇ ਹੋ ਜਾਊਗਾ ਤੇ ਸਾਡੀ ਇੰਡਸਟਰੀ ਦੀ ਵਾਇਬਿਲਿਟੀ ਖਤਮ ਹੋ ਜਾਊਗੀ। ਇਸ ਕਰਕੇ ਅਸੀਂ ਦੁਖੀ ਹੋ ਕੇ, ਹੁਣ ਸਾਡਾ ਸੀਜ਼ਨ ਵੀ ਖਤਮ ਹੋ ਗਿਆ ਹੈਗਾ, ਪੂਰੇ ਭਾਰਤ ਦੇ ਵਪਾਰੀ ਹਰ ਸਟੇਟ ਤੋਂ ਹਰ ਸ਼ਹਿਰ ਤੋਂ ਕੱਲ੍ਹ ਸਾਡੀ ਭਾਰਤੀ ਆਰਥਿਕ ਪਾਰਟੀ ਜੋ ਕਿ ਰਾਸ਼ਟਰੀ ਪਾਰਟੀ ਅਸੀਂ ਬਣਾਈ ਹੈ, ਵਪਾਰੀਆਂ ਦੀ ਪਾਰਟੀ ਹੈ, ਮੈਂ ਉਸ ਦਾ ਰਾਸ਼ਟਰੀ ਅਧਿਕਸ਼ ਹੈਗਾ। ਮੈਂ ਆਲ ਓਵਰ ਇੰਡੀਆ ਕਾਲ ਦਿੱਤੀ ਹੈ ਤੇ ਉੱਥੇ ਤਮਾਮ ਵਪਾਰੀ ਆਪਣੇ ਸ਼ਹਿਰਾਂ ਤੋਂ ਉੱਥੇ ਕੱਲ੍ਹ ਇਕੱਠੇ ਹੋਵਾਂਗੇ। ਅਸੀਂ ਸਵੇਰੇ ਪਹਿਲੇ 10 ਵਜੇ ਗੁਰਦੁਆਰਾ ਬੰਗਲਾ ਸਾਹਿਬ ਅਸੀਂ ਮੱਥਾ ਟੇਕਣਾ ਜੀ। ਉਸ ਤੋਂ ਬਾਅਦ ਅਸੀਂ 11 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਉੱਥੇ ਇਕੱਠੇ ਹੋ ਕੇ ਉੱਥੋਂ ਦੀ ਅਸੀਂ ਪ੍ਰਧਾਨ ਮੰਤਰੀ ਜੀ ਦੇ ਘਰ ਦੇ ਵੱਲ ਕੂਚ ਕਰਾਂਗੇ ਜੀ ਤੇ ਉੱਥੇ ਜੋ ਹੋਏਗਾ ਫਿਰ ਕੱਲ੍ਹ ਦੇਖਿਆ ਜਾਏਗਾ। ਸਰ, ਤੁਸੀਂ ਜਾ ਰਹੇ ਹੋ, ਕਹਿ ਰਹੇ ਹੋ ਪ੍ਰਧਾਨ ਮੰਤਰੀ ਜੀ ਦੇ ਘਰ ਨੂੰ ਘਿਰਾਵ ਕਰਾਂਗੇ, ਪਤਾ ਹੈ ਕਿ ਪ੍ਰਧਾਨ ਮੰਤਰੀ ਜੀ ਦਾ ਘਰ ਕਿੱਥੇ? ਰਕਾਬਗੰਜ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਗਭਗ ਸਾਹਮਣੇ ਹੈਗਾ ਜੀ। ਉੱਥੋਂ ਦੀ ਸਿਰਫ ਹਾਰਡਲੀ 15 ਮਿੰਟ ਦਾ ਰਸਤਾ ਹੈਗਾ ਤੇ ਕੱਲ੍ਹ ਸਾਡੀ ਪੈਦਲ ਜਾਓਗੇ ਕਿੱਦਾਂ? ਹਾਂਜੀ, ਅਸੀਂ ਉੱਥੇ ਸਾਰੇ ਜਿਹੜੇ ਅੱਜ ਰਾਤ ਨੂੰ ਤਮਾਮ ਭਾਰਤ ਦੇ ਵਪਾਰੀ ਉੱਥੇ ਇਕੱਠੇ ਹੋ ਜਾਣਗੇ ਤੇ ਜਿਹੜਾ ਸਾਡਾ ਪੰਜਾਬ ਮੁਕਤੀ ਮੋਰਚਾ ਬਣਿਆ ਹੈਗਾ ਉਸ ਦੇ ਵਿੱਚ ਹੁਣ ਤੱਕ 13 ਪਾਰਟੀਆਂ ਸ਼ਾਮਿਲ ਹੋ ਚੁੱਕੀਆਂ। ਉਹ 13 ਪਾਰਟੀਆਂ ਵੀ ਉਸ ਨੂੰ ਸਪੋਰਟ ਕਰ ਰਹੀਆਂ। ਉਹ ਵੀ ਸਾਰੇ ਆਪਣੇ ਬੰਦਿਆਂ ਨੂੰ ਲੈ ਕੇ
ਉਹ ਉੱਥੇ ਦਿੱਲੀ ਅੱਜ ਰਾਤ ਤੱਕ ਪਹੁੰਚ ਜਾਣਗੇ ਤੇ ਸਵੇਰੇ ਅਸੀਂ 11 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਅਸੀਂ ਪੈਦਲ ਕੂਚ ਕਰਾਂਗੇ ਪ੍ਰਧਾਨ ਮੰਤਰੀ ਜੀ ਦੇ ਨਿਵਾਸ ਵਾਲੇ ਪਾਸੇ। ਅੱਛਾ, ਕਿੰਨੇ ਕੁ ਵਪਾਰੀ ਤੁਹਾਨੂੰ ਲੱਗਦਾ ਹੈ, ਕਿੰਨੇ ਕੁ ਲੋਕ ਕਾਰੋਬਾਰੀ ਇਹਦੇ ਵਿੱਚ ਜਾਂ ਤੁਹਾਡੀ ਪਾਰਟੀ ਦੇ ਜੁੜੇ ਹੋਏ ਲੋਕ ਨੁਮਾਇੰਦੇ ਉੱਥੇ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਤੇ ਪਹੁੰਚਣ? ਆ ਜੀ ਗਿਣਤੀ ਤਾਂ ਹਜ਼ਾਰਾਂ ਦੀ ਤਾਦਾਦ 'ਚ ਹੋਏਗੀ। ਓਕੇ, ਆ ਹਜ਼ਾਰਾਂ ਦੀ ਤਾਦਾਦ ਗਿਣਤੀ ਹੋਏਗੀ ਕਿਉਂਕਿ ਆ ਆਲ ਓਵਰ ਇੰਡੀਆ ਦੀ ਕਾਲ ਹੈਗੀ ਹੈ, ਹੋ ਸਕਦਾ ਲੱਖਾਂ 'ਚ ਤਬਦੀਲ ਹੋ ਜਾਵੇ। ਓਕੇ ਜੀ ਹਾਂ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਪਿਛਲੇ ਦਿਨੀ ਤੁਸੀਂ ਅਨਾਊਂਸਮੈਂਟਸ ਕੀਤੀਆਂ ਸੀ ਕਿ ਜਿਹੜਾ ਇੱਕ ਕਿਸਾਨੀ ਨੇਤਾ ਜਿਹੜੇ ਚੜੂਨੀ ਸਾਹਿਬ ਲੁਧਿਆਣੇ ਵੀ ਆਏ ਸੀ, ਉਹਨਾਂ ਨਾਲ ਵੀ ਗੱਲਬਾਤ ਹੋਈ ਸੀ, ਉਹਨਾਂ ਨਾਲ ਵੀ ਤੁਹਾਡੇ ਹੱਥ ਮਿਲਾਏ ਗਏ ਸੀਗੇ ਕਿ ਕਿਸਾਨ ਨੇਤਾ ਵੀ ਇਹਦੇ ਵਿੱਚ ਜੁਆਇਨ ਕਰਨਗੇ? ਦੇਖੋ, ਅਸੀਂ 9 ਅਗਸਤ ਨੂੰ ਵਪਾਰੀ ਦਿਵਸ 'ਤੇ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਇੰਨਾ ਵੱਡਾ ਅੰਦੋਲਨ ਜੋ ਕਿ ਉਹਨਾਂ ਨੇ ਜਿੱਤ ਲਿਆ ਹੈਗਾ, ਹੁਣ ਇੱਕ ਅੱਧੇ ਦਿਨ 'ਚ ਉਹ ਵੀ ਵਾਪਸ ਆ ਰਹੇ ਹੈਗੇ ਨੇ। ਅਸੀਂ 9 ਅਗਸਤ ਨੂੰ ਉਹਨਾਂ ਦੇ ਇੱਕ ਹਰਿਆਣਾ ਦੇ ਕਿਸਾਨਾਂ ਦੇ ਲੀਡਰ ਹੈਗੇ ਗੁਰਨਾਮ ਸਿੰਘ ਚੜੂਨੀ ਜੀ, ਅਸੀਂ ਉਹਨਾਂ ਨੂੰ ਆਹੀ ਕਿਹਾ ਸੀ ਵੀ ਅੱਜ ਕੇਂਦਰ ਔਰ ਸਟੇਟ ਦੀਆਂ ਪਾਲਿਸੀਆਂ ਤੋਂ ਕਿਸਾਨ ਵੀ ਪਰੇਸ਼ਾਨ ਹੈ ਔਰ ਵਪਾਰੀ ਵੀ ਪਰੇਸ਼ਾਨ ਹੈ, ਤੇ ਕਿਉਂ ਨਾ ਆਪਾਂ ਮਿਲ ਕੇ, ਅਸੀਂ ਇੱਕ ਦੂਸਰੇ ਦੇ ਪੂਰਕ ਹੈ, ਕਿਸਾਨ ਮਜ਼ਦੂਰ ਤੇ ਵਪਾਰੀ ਜਦ ਆਹੀ ਇਕੱਠਾ ਹੋ ਗਿਆ ਤੇ ਫਿਰ ਰਹਿ ਕੀ ਗਿਆ। ਆ ਤਾਂ ਜਿਹੜੀਆਂ ਹੁਣ ਪਾਰਟੀਆਂ ਆਉਂਦੀਆਂ ਹੈਗੀਆਂ, ਭਾਰਤੀ ਜਨਤਾ ਪਾਰਟੀ ਨੇ ਜੋ MSME ਇੰਡਸਟਰੀ ਮੱਧਮ ਵਰਗੀਏ ਵਪਾਰੀ ਨੂੰ ਜਿੱਡਾ ਵੱਡਾ ਧੋਖਾ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਮੈਂ ਭਾਰਤੀ ਜਨਤਾ ਪਾਰਟੀ ਤੋਂ ਮੇਰੇ ਸ਼੍ਰੀਮਤੀ ਜੀ ਕੌਂਸਲਰ ਵੀ ਰਹੇ ਨੇ ਔਰ ਸਾਡਾ ਪਰਿਵਾਰ ਵੀ ਅਸੰਘ ਪਰਿਵਾਰ ਰਿਹਾ ਹੈਗਾ ਔਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸੀਗੇ। ਪਰ 2014 'ਚ ਮੈਨੂੰ ਵੀ ਬਹੁਤ ਤੇਜ਼ ਬੁਖਾਰ ਚੜ੍ਹਿਆ ਸੀਗਾ ਮੋਦੀ ਜੀ ਦਾ, ਅੱਛੇ ਦਿਨ ਆਏਂਗੇ, ਮੋਦੀ ਜੀ ਅੱਛੇ ਦਿਨ ਲੈ ਕੇ ਆਏਂਗੇ। ਪਰ ਅੱਛੇ ਦਿਨ ਤਾਂ ਦੂਰ ਦੀ ਗੱਲ ਹੈ ਜੀ, ਕਦੀ ਨੋਟਬੰਦੀ ਕਰੀ ਜਾਂਦੇ ਨੇ, ਹਾਂ ਕਦੀ ਆ GST ਲਗਾਈ ਜਾਂਦੇ। ਆ ਪਹਿਲੀ ਵਾਰੀ ਹੈਗਾ GST ਇਸ ਤਰ੍ਹਾਂ ਦਾ ਸੰਸਾਰ ਦੇ ਵਿੱਚ, ਇਸ ਤਰ੍ਹਾਂ ਦਾ GST ਲੈ ਕੇ ਆਏ ਨੇ। 2017 'ਚ ਲਿਆਏ ਸੀਗੇ ਹਾਂ ਨੋਟਬੰਦੀ ਤੋਂ ਬਾਅਦ, ਜਿਹਦੇ ਵਿੱਚ ਹੁਣ ਤੱਕ 1000 ਤੋਂ ਜ਼ਿਆਦਾ ਵਾਰੀ ਅਮੈਂਡਮੈਂਟਸ ਹੋ ਗਈਆਂ ਔਰ ਹੁਣ ਇਹਨਾਂ ਨੇ 5 ਤੋਂ 12% ਕਰ ਦਿੱਤਾ। ਮੈਨੂੰ ਤਾਂ ਸਮਝ ਤੋਂ ਬਾਹਰ ਹੈਗਾ ਜੀ। ਆ ਸਾਡੇ MSME ਵਪਾਰੀਆਂ ਤੋਂ ਚਾਹੁੰਦੇ ਕੀ ਹੈ, ਸਾਡੇ ਤੋਂ ਇਹਨਾਂ ਨੇ ਫੰਡ ਲਏ 2014 ਵਿੱਚ ਵੀ, ਉਸ ਤੋਂ ਬਾਅਦ 2019 ਵਿੱਚ ਵੀ, 2017 ਵਿੱਚ ਵੀ, 2 ਵਾਰੀ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ, ਸਾਨੂੰ ਹੀ ਰੋਲ ਕੇ ਰੱਖ ਦਿੱਤਾ। ਸੋ ਕੱਲ ਦਾ ਜਿਹੜਾ ਮੁੱਦਾ ਹੈ ਪ੍ਰਧਾਨ ਮੰਤਰੀ ਨਿਵਾਸ ਨੂੰ ਘੇਰਨ ਦਾ, ਉਹ ਮੇਨ ਮੁੱਦਾ ਜਿਹੜਾ ਹੈ ਤੁਸੀਂ ਕਹਿ ਰਹੇ ਹੋ GST ਹੈ, ਕੱਪੜਾ ਉਦਯੋਗ ਤੇ GST। ਬਿਲਕੁਲ ਜੀ, ਸਾਡਾ ਕੱਲ ਦਾ ਮੇਨ ਲਕਸ਼ GST ਹੈਗਾ। ਦੇਖੋ, ਆਹ ਸੈਂਟਰਲ ਗਵਰਨਮੈਂਟ ਨੂੰ ਸਮਝਣਾ ਪਏਗਾ ਵੀ ਇੱਕ ਸਾਡੇ ਪ੍ਰਧਾਨ ਮੰਤਰੀ ਹੁੰਦੇ ਸੀ ਮਨਮੋਹਨ ਸਿੰਘ ਜੀ, ਜਿੰਨਾ ਬੇੜਾ ਗਰਕ ਉਹਨਾਂ ਦੇ ਟਾਈਮ ਦੇ ਉੱਤੇ ਹੋਇਆ, ਉਹ ਕਿਸ ਤਰ੍ਹਾਂ ਹੋਇਆ। 2012 ਦੇ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਜਦੋਂ ਹੁੰਦੇ ਸੀ, ਉਹਨਾਂ ਨੇ ਬੰਗਲਾਦੇਸ਼ ਦੇ ਨਾਲ ਡਿਊਟੀ ਫ੍ਰੀ ਇੰਪੋਰਟ ਦਾ, ਗਾਰਮੈਂਟਸ ਦਾ, ਟੈਕਸਟਾਈਲ ਦਾ, ਉਹਨਾਂ ਨੇ ਆਪਣਾ ਇੱਕ ਐਗਰੀਮੈਂਟ ਕਰ ਲਿਆ, ਟ੍ਰੇਡ ਫ੍ਰੀ ਐਗਰੀਮੈਂਟ ਕਰ ਲਿਆ ਜੀ। ਚਾਈਨਾ ਤੋਂ ਸਾਰਾ ਮਾਲ ਸਮਗਲ ਹੋ ਕੇ ਜਾਂਦਾ ਬੰਗਲਾਦੇਸ਼ ਜੀ, ਔਰ ਬੰਗਲਾਦੇਸ਼ ਤੋਂ ਮਾਲ ਸਾਰਾ ਗਾਰਮੈਂਟ ਬਣ ਕੇ ਸਾਡੇ ਇੰਡੀਆ ਦੇ ਵਿੱਚ ਆ ਜਾਂਦਾ, ਉਹ ਵੀ ਫ੍ਰੀ ਆਫ ਕਾਸਟ, ਵਿਦਆਊਟ ਟੈਕਸ, ਫ੍ਰੀ ਆਫ ਕਾਸਟ। ਤੁਸੀਂ ਇਹ ਦੇਖੋ 10 ਸਾਲਾਂ 'ਚ ਬੰਗਲਾਦੇਸ਼ ਦੀ ਟੈਕਸਟਾਈਲ ਮਾਰਕੀਟ ਕਿਤੇ ਚਲੇਗੀ ਜੀ, ਔਰ ਅਸੀਂ ਸਾਡੀ ਮਾਰਕੀਟ ਸਾਰੀ ਡਾਊਨ ਆ ਗਈ। ਅੱਜ ਜਿਹੜੀ ਮੈਨੂੰ ਸ਼ਰਟ ਜਾਂ ਮੈਨੂੰ ਮੇਰਾ ਸਟੋਲ ਜਾਂ ਸ਼ਾਲ ਫੋਰ ਐਗਜ਼ਾਮਪਲ 100 ਰੁਪਏ 'ਚ ਪੈਂਦਾ, ਜੋ 90 ਰੁਪਏ 'ਚ ਮਾਰਕੀਟ ਦੇ ਵਿੱਚ ਵਿਕੀ ਜਾਊਗਾ ਬੰਗਲਾਦੇਸ਼ ਤੋਂ ਆ ਕੇ, ਤੇ ਸਾਡੀ ਤਾਂ ਇੱਥੇ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਵੱਧ ਜੂਗੀ, ਸਾਡੀਆਂ ਫੈਕਟਰੀਆਂ ਬੰਦ ਹੋ ਜਾਊਗੀਆਂ। ਦੂਸਰਾ GST ਦੀ ਮਾਰ, ਵਪਾਰੀ ਟੈਕਸ ਦੇਣਾ ਚਾਹੁੰਦਾ ਹੈ ਦੇਸ਼ ਦੀ ਇਕਨੋਮੀ ਵਿੱਚ। ਵਪਾਰੀ ਦਾ ਬਹੁਤ ਵੱਡਾ ਹਿੱਸਾ ਹੈਗਾ, ਸਾਡੀਆਂ ਫੌਜਾਂ ਖੜੀਆਂ, ਸਾਡੇ ਫਲਾਈਓਵਰਸ ਬਣਨੇ, ਟੈਕਸ ਚਾਹੀਦਾ ਸਰਕਾਰ ਨੂੰ, ਅਸੀਂ ਸਮਝਦੇ ਹਾਂ, ਪਰ ਈਜ਼ ਆਫ ਬਿਜ਼ਨਸ ਵੀ ਨਾਲ ਦੇ ਨਾਲ ਚਾਹੀਦਾ। ਅਸੀਂ ਇਹਨਾਂ ਨੂੰ ਬਹੁਤ ਵਾਰੀ ਤੋਂ ਕਹਿ ਰਹੇ ਹੈਗੇ, ਜਦੋਂ ਨੋਟਬੰਦੀ ਹੋਈ ਸੀ ਵੀ ਤੁਹਾਨੂੰ ਕੋਈ ਬਲੈਕ ਮਨੀ ਨਹੀਂ ਮਿਲੀ, ਇੱਕ ਤਾਂ ਵਾਈਟ ਔਰ ਬਲੈਕ ਮਨੀ ਦੇ ਸਿਆਪੇ 'ਚੋਂ ਹੀ ਦੇਸ਼ ਨਿਕਲ ਨਹੀਂ ਪਾ ਰਿਹਾ। ਅਸੀਂ ਇੰਨੀ ਵਾਰੀਆਂ ਰਿਪਰੈਜ਼ੈਂਟੇਸ਼ਨਸ ਉੱਥੇ ਦਿੱਤੀਆਂ ਬਈ ਨਾ ਇਨਕਮ ਟੈਕਸ ਹੋਣਾ ਚਾਹੀਦਾ ਦੇਸ਼ 'ਚ, ਨਾ GST ਹੋਣਾ ਚਾਹੀਦਾ ਹੈਗਾ। ਇਨਕਮ ਟੈਕਸ ਔਰ GST ਤੋਂ ਟੋਟਲ 25 ਲੱਖ ਕਰੋੜ ਰੁਪਏ ਰੈਵਨਿਊ ਆਉਂਦਾ ਐਨੂਅਲੀ, ਤੇ ਤੁਸੀਂ ਸਿੱਧਾ ਬੈਂਕ ਟ੍ਰਾਂਜੈਕਸ਼ਨ ਟੈਕਸ ਲੈ ਕੇ ਆਓ ਨਾ, ਉਹਦੇ ਨਾਲ ਤੁਹਾਨੂੰ 25 ਲੱਖ ਤੋਂ ਬਜਾਏ ਮੈਂ ਸਮਝਦਾ ਵੀ 30 ਲੱਖ ਕਰੋੜ ਰੁਪਏ ਸਰਕਾਰ ਨੂੰ ਇਕੱਠਾ ਹੋ ਜਾਊਗਾ ਔਰ ਵਪਾਰੀਆਂ ਵਾਸਤੇ ਈਜ਼ ਆਫ ਬਿਜ਼ਨਸ ਹੋ ਜਾਊਗਾ। ਨਾ ਇਨਕਮ ਟੈਕਸ ਡਿਪਾਰਟਮੈਂਟ ਹੋਣਾ ਚਾਹੀਦਾ, ਨਾ GST ਹੋਣਾ ਚਾਹੀਦਾ। ਸਿੱਧਾ ਵਪਾਰੀ ਤਾਂ ਕਹਿੰਦੇ ਜੀ ਵੀ ਮੈਂ ਆਪਣੇ ਕਾਰੋਬਾਰ ਦੇ ਵਿੱਚ, ਮੈਂ ਲਾ ਲਓ ਸ਼ਾਲ ਦਾ ਮੈਨੂਫੈਕਚਰਰ ਹੈ, ਮੈਂ ਆਪਣੀ ਕੁਆਲਿਟੀ ਵੱਲ ਧਿਆਨ ਦੇਵਾਂ, ਮੈਂ ਆਪਣੀ ਪ੍ਰੋਡਕਸ਼ਨ ਵੱਲ ਧਿਆਨ ਦੇਵਾਂ, ਆਪਣੇ ਕਸਟਮਰ ਵੱਲ ਮੈਂ ਧਿਆਨ ਦੇਵਾਂ। ਇੰਨਾ ਵੱਡਾ ਵਰਲਡ ਹੈਗਾ, ਇੰਨੀ ਜ਼ਿਆਦਾ ਸਾਡੇ ਇੱਥੋਂ ਦੀ ਐਕਸਪੋਰਟ ਅਸੀਂ ਕਰਦੇ ਹੈਗੇ ਹਾਂ ਗਲੋਬਲ ਮਾਰਕੀਟ ਦੇ ਵਿੱਚ, ਤੇ ਵਪਾਰੀ ਨੂੰ ਉਹਦੇ ਵਪਾਰ 'ਚ ਧਿਆਨ ਦੇਣਾ ਚਾਹੀਦਾ। ਤੁਹਾਡੇ ਹਿਸਾਬ ਨਾਲ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਵੱਡਾ ਸਾਡਾ ਲਾਸ ਹੋ ਚੁੱਕਾ ਹੈ ਟੈਕਸਟਾਈਲ ਇੰਡਸਟਰੀ ਨੂੰ ਡਿਊ ਟੂ ਆਹ ਜਿਹੜਾ ਬੰਗਲਾਦੇਸ਼ ਨਾਲ ਟ੍ਰੇਡ ਫ੍ਰੀ ਐਗਰੀਮੈਂਟ ਹੋਇਆ, ਕਿੰਨੇ ਕੁ ਕਰੋੜ ਦਾ ਨੁਕਸਾਨ ਹੋ ਚੁੱਕਾ ਹੈ, ਤੇ ਹੁਣ ਆ GST ਲੱਗਣ ਨਾਲ 5 ਤੋਂ 12% ਹੋਣ ਨਾਲ ਕੀ ਇੰਪੈਕਟ ਪੈ ਰਿਹਾ? ਦੇਖੋ, ਇਹਦਾ ਸਿੱਧਾ ਇੱਕ ਤਾਂ ਕੰਜ਼ਿਊਮਰ ਨੂੰ
ਸਿੱਧਾ ਹੀ 7% ਵੱਧ ਗਿਆ। ਅੱਜ ਤੁਸੀਂ ਮੇਰੇ ਪਰ ਮੈਨੂੰ ਤੁਹਾਡੇ ਹੀ ਕੁਝ ਭਰਾ ਦੱਸਦੇ ਆ ਕਿ ਤੁਸੀਂ ਲੋਕੀ ਹੌਜ਼ਰੀ, ਜਿਵੇਂ ਤੁਸੀਂ ਖੁਦ ਵੀ ਇੱਕ ਹੌਜ਼ਰੀ ਮੈਨੂਫੈਕਚਰਰ ਹੋ, ਤੇ ਹੌਜ਼ਰੀ ਦੀ ਤਾਂ ਕੋਈ ਵੀ ਆਈਟਮ ਸ਼ਾਇਦ 1000 ਰੁਪਏ ਤੋਂ ਜਾਂ 1200 ਤੋਂ ਥੱਲੇ ਪੈਂਦੀ ਹੋਈ ਨਹੀਂ, ਜੇ ਵਿੰਟਰ ਹੌਜ਼ਰੀ ਦੀ ਗੱਲ ਕਰੀਏ। ਤੇ ਜੇ ਉਹ ਥੱਲੇ ਪੈਂਦੀ ਹੋਈ ਨਹੀਂ, ਫਿਰ ਤੁਹਾਨੂੰ ਕੀ ਫਰਕ ਪਿਆ? ਸਿਰਫ 15% ਜਿਹੜਾ ਕਿ ਸਵੈਟਰ ਹੈ, ਜੈਕਟ ਹੈ, ਸ਼ਾਲ ਹੈ, ਸਟੋਲ ਹੈ, ਸਿਰਫ 15% 1000 ਰੁਪਏ ਤੋਂ ਉੱਪਰ ਵਾਲੇ ਹੈ, ਜਿਹੜੇ ਮਿਡਲ ਅਪਰ ਕਲਾਸ ਲੋਕ ਜਿਹੜੇ ਪਾਉਂਦੇ ਹੈਗੇ ਨੇ। ਆਮ ਜਨਤਾ ਜਿਹੜੀ ਹੈਗੀ ਹੈ, 135 ਕਰੋੜ ਦਾ ਮੁਲਕ ਹੈਗਾ, ਇੱਥੇ ਤਾਂ 200 ਰੁਪਏ 300 ਰੁਪਏ ਦੀ ਉਹ ਸਾਡੀ ਮਮਤਾ ਬਨਰਜੀ ਹੈਗੀ, ਉਹ ਅੱਜ ਵੀ 250 ਰੁਪਏ ਦੀ ਵਿਚਾਰੀ ਸਾੜੀ ਪਾਉਂਦੀ, 200 ਰੁਪਏ ਦੀ ਜੁੱਤੀ ਪਾਉਂਦੀ ਹੈ। ਤੇ ਜਿਹੜਾ ਗਰੀਬ ਤਬਕਾ ਇੰਨਾ ਹੈਗਾ, ਉਹਦਾ ਸਾਰਾ ਹੀ ਬਨਰਜੀ ਨੂੰ ਵਿਚਾਰੀ ਕਿਹਾ, ਕਿਤੇ ਇਹ ਤਾਂ ਨਹੀਂ ਕਿ ਤੁਹਾਡੇ ਨਾਲ ਉਹਨਾਂ ਦੀ ਵੀ ਕੋਈ ਰਾਜਨੀਤਿਕ ਸਾਂਠਗਾਂਠ ਹੋ ਰਹੀ ਹੈ, ਤੁਸੀਂ ਬੜਾ ਉਹਨਾਂ ਦੇ ਫੇਵਰ 'ਚ ਬੋਲ ਰਹੇ ਹੋ? ਔਰ ਕਿਉਂਕਿ ਬਹੁਤ ਤੁਸੀਂ ਵੀ ਪਿੱਛੇ ਅਨਾਊਂਸਮੈਂਟਾਂ ਕੀਤੀਆਂ ਸੀ ਕਿ ਅਸੀਂ ਇਸ ਵਾਰੀ ਇਲੈਕਸ਼ਨ ਵੀ ਲੜਾਂਗੇ, ਤੇ ਕੀ ਉਹਨਾਂ ਨੇ ਤੁਹਾਨੂੰ ਸਮਰਥਨ ਵਗੈਰਾ ਇੱਦਾਂ ਦੀ ਕੋਈ ਘੋਸ਼ਣਾਵਾਂ ਤਾਂ ਨਹੀਂ ਕਰਤੀਆਂ? ਦੇਖੋ, ਹਾਲੇ ਇਹਦਾ ਤਾਂ ਖੁਲਾਸਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੀ ਹੋਏਗਾ। ਫਿਲਹਾਲ ਤਾਂ ਅਸੀਂ ਵਪਾਰੀ ਆਪਣੇ ਕਾਰੋਬਾਰ ਦੇ ਵਿੱਚ ਕੰਸਨਟਰੇਟਡ ਹੈਗੇ ਆ ਵੀ ਸਾਡਾ GST ਜਿਹੜਾ ਹੈਗਾ ਉਹ ਆਹ ਬਿਲਕੁਲ ਰੋਲ ਬੈਕ ਹੋਣਾ ਚਾਹੀਦਾ ਹੈਗਾ, ਔਰ ਆਲ ਓਵਰ ਇੰਡੀਆ ਦੀ ਕਮੇਟੀ ਬਣਨੀ ਚਾਹੀਦੀ ਹੈ। ਸਰਕਾਰ ਨੂੰ, ਕੇਂਦਰੀ ਸਰਕਾਰ ਨੂੰ ਕੋਈ ਵੀ ਐਸਾ ਨਿਰਣੇ ਨਹੀਂ ਲੈਣਾ ਚਾਹੀਦਾ। ਤੁਸੀਂ ਦੇਖੋ, ਮੋਦੀ ਸਾਹਿਬ ਨੇ ਆਹ 3 ਬਿੱਲ ਲਿਆਏ ਬਿਨਾਂ ਪੁੱਛੇ, ਕਰੋਨਾ ਕਾਲ ਦੇ ਵਿੱਚ ਚੁੱਪ ਚਪੀਤੇ ਉੱਥੇ ਪਾਰਲੀਮੈਂਟ 'ਚ ਲਿਆਏ। ਆਹੀ ਜੇ ਕਿਸਾਨ ਭਰਾਵਾਂ ਨੂੰ ਪਹਿਲੇ ਸਲਾਹ ਕਰਕੇ ਆਹ ਬਿੱਲ ਲਿਆਏ ਹੁੰਦੇ ਤਾਂ ਇੰਨਾ ਵੱਡਾ ਅੰਦੋਲਨ ਹੀ ਨਹੀਂ ਹੋਣਾ ਸੀਗਾ। ਹੁਣ ਸਾਨੂੰ ਮਤਲਬ ਤੁਸੀਂ ਵੀ, ਤੁਹਾਨੂੰ ਵੀ ਕਿਸਾਨ ਭਰਾਵਾਂ ਦੇ ਜਿਹੜੇ ਉਹਨਾਂ ਨੇ ਬਿੱਲ ਵਾਪਸ ਲੈ ਲਏ, ਉਸ ਤੋਂ ਬਾਅਦ ਤੁਹਾਨੂੰ ਵੀ ਇੱਕ ਤਰ੍ਹਾਂ ਦੀ ਕਹਿ ਲਓ ਸ਼ੈ ਮਿਲ ਗਈ ਹੈ, ਤੁਹਾਨੂੰ ਇੱਕ ਮੋਟੀਵੇਸ਼ਨ ਮਿਲ ਗਿਆ ਜੀ। ਕਿਸਾਨਾਂ ਦੇ ਬਿੱਲ ਜਿਹੜੇ ਕਿ 100% ਮੈਜੋਰਟੀ ਨਾਲ ਉਹਨਾਂ ਨੇ ਆਪਣੇ ਆਪ ਵਿਟੋ ਪਾਵਰ ਨਾਲ ਲਾਗੂ ਕਰ ਦਿੱਤੇ ਸੀ, ਉਹ ਵਾਪਸ ਲੈਣੇ ਪੈ ਗਏ, ਤੇ ਸਾਡੇ ਵੀ ਵਾਪਸ ਲੈ ਲਏ। ਸਰ, ਜੇ ਤੁਸੀਂ ਸਹੀ ਦਿਲੋਂ ਪੁੱਛੋ ਤਾਂ ਇਸ ਦੇਸ਼ ਦਾ ਪੱਠਾ ਬਹਿ ਚੁੱਕਿਆ ਜੀ। ਇੱਥੇ ਤਾਂ ਹਾਲ ਉਹ ਹੈ ਨਾ, ਤੁਸੀਂ ਕਹਾਵਤ ਸੁਣੀ ਸੀ ਬਈ ਮਾਂ ਵੀ ਕਹਿੰਦੇ ਦੁੱਧ ਨਹੀਂ ਪਿਲਾਉਂਦੀ ਬੱਚੇ ਨੂੰ ਜਦ ਤੱਕ ਬੱਚਾ ਰੋਵੇ ਨਾ। ਜੀ। ਹੁਣ ਦਸਤੂਰ ਬਣ ਗਿਆ। ਅਸੀਂ ਲੋਕ ਜਿਹੜੇ ਵਪਾਰੀ ਹੈਗੇ ਆ, ਅਸੀਂ ਸੜਕਾਂ ਤੇ ਇੰਨਾ ਜ਼ਿਆਦਾ ਜਿਵੇਂ ਕਿਸਾਨਾਂ ਨੇ ਐਡਾ ਵੱਡਾ ਸੰਘਰਸ਼ ਕੀਤਾ, ਸਾਡੇ ਕੋਲ ਇੰਨੀ ਤਾਕਤ ਨਹੀਂ ਹੈਗੀ ਵੀ ਅਸੀਂ ਉੱਥੇ ਆਪਣਾ ਫੈਕਟਰੀਆਂ ਕਾਰੋਬਾਰ ਛੱਡ ਕੇ ਤੇ ਅਸੀਂ ਉੱਥੇ ਬਹਿ ਜਾਈਏ, ਜਾਂ ਅਸੀਂ ਪੁਲਿਸ ਦੇ ਨਾਲ ਮੁਠਭੇੜ ਜਿਵੇਂ ਉਹਨਾਂ ਨੇ ਕਿਸਾਨਾਂ ਨੇ ਨਹੀਂ ਹਿੰਮਤ ਕੀਤੀ। ਪਰ ਉਹਨਾਂ ਨੂੰ, ਕਿਸਾਨ ਭਰਾਵਾਂ ਦੀ ਹਿੰਮਤ ਨੂੰ ਦੇਖ ਕੇ ਸਾਨੂੰ ਹੌਸਲਾ ਜ਼ਰੂਰ ਮਿਲਿਆ, ਤੇ ਜਿਹਦਾ ਸਦਕਾ ਅੱਜ ਅਸੀਂ ਉੱਥੇ ਪ੍ਰਧਾਨ ਮੰਤਰੀ ਜੀ ਦੇ ਉੱਥੇ ਚੱਲਨੇ ਆ, ਆਪਣੀ ਪੁਕਾਰ, ਆਪਣੀ ਕਰਨ ਪੁਕਾਰ ਉਹਨਾਂ ਨੂੰ ਸੁਣਾਉਣ ਵਾਸਤੇ। ਕਿ ਕੱਲ ਨੂੰ ਉੱਥੇ ਰਸਤੇ 'ਚ ਹੀ ਆ, ਹੋਰ ਥੋੜੀ ਦੇਰ ਤੱਕ 2-3 ਘੰਟੇ ਤੱਕ ਇੱਕ ਹੋਰ ਆਸ਼ਵਾਸਨ ਆ ਜਾਊਗਾ, ਤੇ ਜਿੱਦਾਂ 2 ਵਾਰੀ ਪਹਿਲਾਂ ਆਪਾਂ ਪੋਸਟਪੋਨ ਕਰਤਾ, ਜਾਂ ਇਹਨੂੰ ਆਮ ਭਾਸ਼ਾ 'ਚ ਗੱਲ ਕਰੀਏ, ਲੋਕਾਂ ਦੀ ਭਾਸ਼ਾ 'ਚ, ਕਿ ਮੂਕ ਮਾਰ ਗਏ, ਇੱਕ ਵਾਰੀ ਫਿਰ ਜਿਹੜਾ ਕੱਲ ਦੀ ਕਾਲ ਹੈਗੀ ਹੈ ਪ੍ਰਧਾਨ ਮੰਤਰੀ ਆਵਾਸ ਨੂੰ ਘੇਰਨ ਦੀ, ਆਪਾਂ ਉੱਥੋਂ ਫਿਰ ਪੋਸਟਪੋਨ ਕਰ ਦਾਂਗੇ। ਦੇਖੋ ਜੀ, ਹੁਣ ਅਸੀਂ 15 ਦਿਨ ਵੇਟ ਕੀਤੀ। 25 ਤਰੀਕ ਤੋਂ ਤੁਹਾਨੂੰ ਮੈਂ ਸਾਰੀ ਗੱਲ ਪਹਿਲੇ ਦੱਸ ਚੁੱਕੇ ਹਾਂ। ਅੱਜ ਤਰੀਕ ਹੋ ਗਈ 9 ਜੀ, ਤੇ ਜਿਵੇਂ ਹੁਣ ਦਿਨ ਰਹਿ ਗਏ ਵਿੱਚ 20, ਸਾਡੇ ਕੋਲ 20-21 1 ਜਨਵਰੀ ਤੋਂ GST ਲਾਗੂ ਹੋ ਜਾਣਾ। ਓਕੇ। ਤੇ ਤੁਹਾਨੂੰ ਮੈਂ ਕਿਹਾ ਜੀ, ਸਾਡਾ ਤਾਂ ਦਿਲ ਘਟਣਾ ਸ਼ੁਰੂ ਹੋ ਗਿਆ, ਜਿਵੇਂ ਇੱਕ ਘੰਟਾ, ਇੱਕ ਦਿਨ ਬੀਤ ਰਿਹਾ ਹੈ। ਇੱਕ ਦਿਨ ਦਾ ਧਰਨਾ ਹੈ ਜਾਂ ਇਹ ਪਰਮਾਨੈਂਟ ਧਰਨਾ ਹੈ? ਦੇਖੋ ਜੀ, ਆ ਤਾਂ ਹੁਣ ਉੱਥੇ ਜਾਵਾਂਗੇ, ਉੱਥੇ ਸਾਨੂੰ ਦੇਖਦੇ ਹਾਂ ਵੀ ਸਾਡਾ ਨਾਲ ਉਹ ਕਿਸ ਤਰ੍ਹਾਂ ਵਾਰਤਾਲਾਪ ਕਰਦੇ ਹੈਗੇ ਆ। ਜੇ ਤਾਂ ਸਾਡੀ ਗੱਲ ਸੁਣਨ ਨੂੰ ਤਿਆਰ ਹੋ ਗਏ, ਆਲ ਓਵਰ ਇੰਡੀਆ ਦੀ ਕਮੇਟੀ ਬਣਾਉਣ ਨੂੰ ਤਿਆਰ ਹੋ ਗਏ। ਤੁਸੀਂ ਗੱਲ ਕਰ ਰਹੇ ਹੋ ਘਿਰਾਵ ਦੀ, ਘਿਰਾਵ 'ਚ ਤਾਂ ਗੱਲਬਾਤ ਹੁੰਦੀ ਹੋਈ ਨਹੀਂ, ਘਿਰਾਵ 'ਚ ਤਾਂ ਡਾਂਗਾਂ ਹੀ ਪੈਂਦੀਆਂ, ਜੋ ਅਸੀਂ ਪ੍ਰੀਵੀਅਸ ਉਸ 'ਚ ਦੇਖਿਆ। ਨਹੀਂ, ਦੇਖੋ, ਅਸੀਂ ਨਾ ਪਿਛਲੇ ਦਿਨਾਂ ਆਪਣੇ ਪੰਜਾਬ ਦੇ CM ਚੰਨੀ ਸਾਹਿਬ ਦੇ ਘਰ ਦਾ ਘਿਰਾਵ ਕਰਨ ਗਏ ਸੀਗੇ ਜੀ, ਤੇ ਉਹਨਾਂ ਨੇ ਉੱਥੇ ਬਾਹਰ ਬੈਰੀਕੇਡ ਲਗਾ ਕੇ ਸਾਨੂੰ ਬਾਹਰ ਹੀ ਰੋਕਦਾ। ਉਹਨਾਂ ਦੇ OSD ਸਾਹਿਬ ਆਏ, ਉੱਥੇ ਹੀ ਰੋਡ ਦੇ ਉੱਤੇ, ਕਹਿੰਦੇ ਸੀ ਅੰਦਰ ਆ ਜਾਓ CM ਹਾਊਸ। ਅਸੀਂ ਕਿਹਾ ਅੰਦਰ ਨਹੀਂ ਜਾਣਾ, ਮਿਲਾਂਗੇ ਤਾਂ CM ਨੂੰ ਮਿਲਾਂਗੇ ਜੀ। ਤੇ ਸਾਡੀਆਂ ਉੱਥੇ ਵੀ ਕੋਈ ਪ੍ਰੋਬਲਮ ਸੀਗੀਆਂ ਪੰਜਾਬ ਦੀਆਂ ਜੀ। ਤੇ ਲੋਕਾਂ ਦੀ ਇਹ ਵੀ ਚਰਚਾ ਸੀ ਕਿ ਤੁਸੀਂ ਉਸੇ ਦਿਨ ਚੁਣਦੇ ਹੋ ਜਿਸ ਦਿਨ ਉਹ, ਜਿਵੇਂ CM ਸਾਹਿਬ ਦੇ ਗਏ ਸੀ ਤਾਂ CM ਸਾਹਿਬ ਉੱਥੇ ਨਹੀਂ ਸੀ, ਸ਼ਹਿਰ 'ਚ ਨਹੀਂ ਸੀ, ਉਹ ਕਿਤੇ ਹੋਰ ਸੀ। ਇੱਦਾਂ ਹੀ ਕੱਲ PM ਸਾਹਿਬ ਦਾ ਵੀ ਦੌਰਾ ਕਿਤੇ ਹੋਰ ਹੋਵੇ, ਉਹ ਕਹਿੰਦੇ ਆਪਣੀ ਪਿੱਠ ਥਪਥਪਾਣੀ ਹੁੰਦੀ ਹੈ, ਰਲ ਮਿਲ ਕੇ ਗੇਮ ਖੇਡਦੇ ਆ, ਕਿ ਉੱਥੇ ਚਲੇ ਗਏ PM ਸਾਹਿਬ ਗੱਲ ਦਿੱਲੀ ਹੋਣ ਹੀ ਨਾ, ਉਹ ਕਿਤੇ ਹੋਰ ਹੋਣ, ਤੇ ਤੁਸੀਂ ਕਹੋ ਦੇਖੋ ਜੀ ਅਸੀਂ ਤਾਂ ਘਿਰਾਵ ਕਰ ਆਏ, ਤੇ PM ਸਾਹਿਬ ਪਤਾ ਹੀ ਨਹੀਂ, ਹੈ ਹੀ ਨਹੀਂ, ਤੇ ਘਿਰਾਵ ਖਾਲੀ ਕੋਠੀ ਦਾ ਤਾਂ ਕੋਈ ਵੀ ਕਰ ਲੇਗਾ। ਦੇਖੋ, ਇੱਕ ਦੇਸ਼ ਦਾ PM ਹੈ, ਉਸ ਦੇ ਟਾਈਮ ਦਾ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਸਕਦਾ ਹੈਗਾ। ਐਡੇ PM ਸਾਹਿਬ ਕਿਸੇ ਵੀ ਟਾਈਮ, ਕਿਸੇ ਵੀ ਜ਼ਰੂਰੀ ਕਾਲ 'ਤੇ ਕਿਤੇ ਵੀ ਜਾ ਸਕਦੇ ਆ। ਇੱਥੇ ਤਾਂ CM ਨਹੀਂ ਮੰਨਦਾ, ਉਹ ਤਾਂ ਫਿਰ PM ਹੈਗੇ ਨੇ। ਤੇ ਇਸ ਕਰਕੇ ਅਸੀਂ ਤਾਂ ਆਪਣੀ ਫਰਿਆਦ ਲੈ ਕੇ ਜਾਣੀ ਹੈ ਦੇਸ਼ ਦੇ ਰਾਜਾ ਕੋਲ। ਜੇ ਮੰਨ ਲੂਗਾ ਠੀਕ ਹੈ, ਨਹੀਂ ਤਾਂ ਅਸੀਂ ਆਪਣੀ ਉਸ ਹਿਸਾਬ ਨਾਲ ਅਸੀਂ ਆਪਣੇ ਅੰਦੋਲਨ ਨੂੰ ਕਰਨ ਦੇ, ਅਸੀਂ ਆਲ ਓਵਰ ਇੰਡੀਆ ਦੇ ਵਿੱਚ। ਇਹ ਜਿਹੜਾ ਅੰਦੋਲਨ ਹੈ ਤੁਹਾਡਾ ਫਿਲਹਾਲ, ਜੇ ਇਹਨੂੰ ਇਹ ਮੰਨੀਏ ਕਿ ਐਜ਼ ਆਫ ਨਾਓ ਹਜੇ 1 ਦਿਨ ਦਾ ਹੈ, ਫਿਰ ਅਗਲੀ ਸਟ੍ਰੈਟਜੀ ਉੱਦਾਂ ਬਣੇਗੀ? ਹਾਂਜੀ, ਹਾਂ। ਅਸੀਂ ਕੱਲ ਉੱਥੇ ਹੀ ਬੈਠ ਕੇ ਪ੍ਰਧਾਨ ਮੰਤਰੀ ਜੀ ਦੇ ਨਿਵਾਸ ਦੇ, ਉੱਥੋਂ ਦੀ ਵਾਪਸ ਆ ਕੇ ਫਿਰ ਬਣਾਵਾਂਗੇ। ਨਹੀਂ ਜੀ, ਨਹੀਂ, ਅਸੀਂ ਉੱਥੇ ਹੀ ਤੈਅ ਕਰ ਲਾਂਗੇ, ਕਿਉਂਕਿ ਮੇਰੇ ਪੂਰੇ ਭਾਰਤ ਦੇ ਵਪਾਰੀਆਂ ਨੇ ਉੱਥੇ ਆਉਣਾ ਹੈਗਾ। ਸਾਡਾ ਜਿਹੜਾ ਪੰਜਾਬ ਮੁਕਤੀ ਮੋਰਚਾ ਹੈਗਾ, ਸਾਡਾ 13 ਪਾਰਟੀਆਂ ਦੇ ਸਾਰੇ ਪ੍ਰਤੀਨਿਧੀ ਉੱਥੇ ਜਾ ਰਹੇ ਹੈਗੇ। ਅਸੀਂ ਉੱਥੇ ਹੀ ਰੋਡ 'ਤੇ ਬਹਿ ਕੇ ਦਰੀ ਵਿਛਾ ਕੇ ਅਸੀਂ ਉੱਥੇ ਹੀ ਫਾਈਨਲ ਕਰਨਾ ਵੀ ਅਸੀਂ ਅੱਗੇ ਅਸੀਂ ਉੱਥੋਂ ਵਾਪਸ ਆਉਣਾ ਜਾਂ ਅਸੀਂ ਨਹੀਂ ਆਉਣਾ। ਉਹ ਸਾਰੇ ਮਿਲ ਕੇ ਅਸੀਂ ਉੱਥੇ ਫੈਸਲਾ ਲਵਾਂਗੇ ਜੀ। ਇੱਕ ਆਖਰੀ ਕੁਐਸਚਨ ਬਾਬਾ ਜੀ,
ਕਿਹਾ ਜਾਂਦਾ ਤੁਸੀਂ ਜਿਹੜਾ ਵੀ ਕੰਮ ਫੜਦੇ ਹੋ ਉਹ ਵਿੱਚ ਅਧੂਰਾ ਹੀ ਛੱਡ ਦਿੰਦੇ ਹੋ, ਪੂਰਾ ਉਹਨੂੰ ਐਂਡ ਤੱਕ ਨਹੀਂ ਲਾਉਂਦੇ। ਤੁਸੀਂ ਬੁੱਢੇ ਨਾਲੇ ਦਾ ਮੁੱਦਾ ਚੱਕਿਆ ਸੀ, ਉਹ ਕੁਝ ਨਹੀਂ ਹੋਇਆ, ਅੱਜ ਵੀ ਉੱਦਾਂ ਹੀ ਹੈ, ਬੁੱਢਾ ਨਾਲਾ ਗੰਦਾ ਹੀ ਹੈ ਤੇ ਕੁਝ ਨਹੀਂ ਹੋਇਆ। ਬਜਟ ਵੀ ਪਾਸ ਹੋ ਗਏ, ਰੌਲਾ ਰੂਲਾ ਪਾਇਆ ਆਪਾਂ, 2-4 ਇਹ ਕਰ ਦਾਂਗੇ ਉਹ ਕਰ ਦਾਂਗੇ, ਹੋਇਆ ਕੁਝ ਨਹੀਂ। ਉਸ ਤੋਂ ਬਾਅਦ ਇੱਕ ਅੱਧਾ ਮੁੱਦਾ ਹੋਰ ਫੜਿਆ, ਭਾਰਤੀ ਆਰਥਿਕ ਪਾਰਟੀ, ਅਸੀਂ ਚੁਣਾਵ ਲੜਾਂਗੇ, ਇਹ ਕਰਾਂਗੇ, ਸਾਡਾ ਇਹ ਹੈ, ਕੁੱਲ ਮਿਲਾ ਕੇ ਹੋਇਆ ਨਹੀਂ। ਹੁਣ ਨਾ ਤੀਜਾ ਮੁੱਦਾ ਤੁਸੀਂ ਜਿਹੜਾ ਹੈਗਾ ਇੱਕ ਫੜਿਆ, ਕੀ ਇਹ ਸਾਰੇ ਮੁੱਦੇ ਇੱਦਾਂ ਹੀ ਰਹੀ ਜਾਣਗੇ ਕਿ ਕੋਈ ਨਿਸ਼ਕਸ਼ ਤੇ ਵੀ ਨਿਕਲਣਗੇ, ਕਿਸੇ ਦਾ ਹੱਲ ਵੀ ਹੋਏਗਾ? ਦੇਖੋ ਸੰਦੀਪ ਜੀ, ਮੈਂ ਕੋਈ ਈਸ਼ਵਰ ਨਹੀਂ ਹੈ, ਜੀ। ਮੈਂ ਵੀ ਤੁਹਾਡੇ ਵਾਂਗੂ ਕਾਮਨ ਮੈਨ ਹੈਗਾ ਜੀ। ਇਹ ਕਾਮਨ ਮੈਨ ਹੁੰਦੇ ਨਾਤੇ ਜੋ ਮੈਂ ਆਪਣੀ ਰਿਸਪੌਂਸਿਬਿਲਿਟੀ ਸਮਝਦਾ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਨੇ ਕਿਹਾ ਵੀ ਭਾਈ ਤੂੰ ਕਰਮ ਕਰ, ਫਲ ਦੀ ਇੱਛਾ ਨਾ ਰੱਖ। ਜੀ। ਕਰਮ ਕਰਨਾ, ਤੁਸੀਂ ਦੇਖੋ ਬੁੱਢੇ ਨਾਲੇ ਦਾ ਇੱਕ ਕੇਵਲ ਮਾਤਰ ਮੈਂ ਇੱਕ ਵਪਾਰੀਆਂ ਦਾ ਨੇਤਾ ਸੀਗਾ, ਇੱਕ ਇੰਡਸਟਰੀਅਲ ਸੀਗਾ ਜਿਹਨੇ ਕਿ ਆਹ ਆਵਾਜ਼ ਚੱਕੀ, 650 ਕਰੋੜ ਦਾ ਮੁੱਦਾ ਚੱਕਿਆ। ਹੁਣ ਮੈਂ ਤਾਂ ਕਿ ਭੁੱਲ ਗਏ ਜਾਂ ਮਤਲਬ ਕੀ ਹੋਇਆ? ਕੀ ਦੇਖੋ ਜੀ, ਮੈਂ ਤਾਂ ਪਿੱਛੇ ਵੀ ਆਵਾਜ਼ ਚੱਕੀ ਸੀ ਜੀ, ਠੀਕ ਹੈ ਜੀ। ਉਹਨਾਂ ਨੂੰ ਸਾਰੀਆਂ ਜਿਹੜੇ ਗਜਿੰਦਰ ਸਿੰਘ ਸ਼ੇਖਾਵਤ ਜੀ ਜਲ ਮੰਤਰੀ ਹੈ, ਉਹਨਾਂ ਨੂੰ ਵੀ ਮੈਂ ਕੰਪਲੇਂਟਸ ਪਾਈਆਂ ਸੀਗੀਆਂ। ਹੁਣ ਜੇ ਸੁਣਵਾਈ ਨਹੀਂ ਕਰਨਗੇ, ਇਹਦਾ ਹੀ ਜਿਹੜੀ ਕਿ ਸਰਕਾਰੀ ਤੰਤਰ ਜਦੋਂ ਸੁਣਵਾਈ ਨਹੀਂ ਕਰਦਾ, ਦੇਸ਼ ਦਾ ਰਾਜਾ ਜਦੋਂ ਗੂੰਗਾ ਬਹਿਰਾ ਹੋ ਜਾਂਦਾ ਹੈ ਤੇ ਫਿਰ ਆਮ ਬੰਦੇ ਨੂੰ ਉੱਠ ਕੇ ਅਸੀਂ ਹੁਣ ਇਲੈਕਸ਼ਨ ਜਿਹੜੀ ਤੁਸੀਂ ਗੱਲ ਕੀਤੀ 100,000% ਪੰਜਾਬ ਮੁਕਤੀ ਮੋਰਚਾ ਔਰ 13 ਪਾਰਟੀਆਂ ਦਾ ਜਿਹੜਾ ਅਲਾਇੰਸ ਹੈ, ਵਿੱਚੋਂ ਮੇਰੀ ਪਾਰਟੀ ਵਪਾਰੀਆਂ ਦੀ ਭਾਰਤੀ ਆਰਥਿਕ ਪਾਰਟੀ, ਆਉਣ ਵਾਲੇ ਪੰਜਾਬ 2000 ਵਿਧਾਨ ਸਭਾ ਦੇ ਚੁਣਾਵਾਂ ਵਿੱਚ ਅਸੀਂ ਇਲੈਕਸ਼ਨ ਕੰਟੈਸਟ ਕਰਨ ਜਾ ਰਹੇ ਹੈਗੇ ਹਾਂ। ਔਰ ਅਸੀਂ ਹੁਣ ਖੁਦ ਆਪਣੀ ਨਈਆ ਦੇ ਖਵਈਆ ਬਣਾਂਗੇ। ਅਸੀਂ ਇਹਨਾਂ ਦੇ ਮਿੰਨਤਾਂ ਤਰਲੇ ਕਿਉਂ ਕਰੀਏ, ਕੰਪਲੇਂਟਸ ਦੇ ਚੱਲੀਏ, ਮੈਮੋਰੈਂਡਮ ਦੇ ਚੱਲੀਏ, ਆਹੀ ਕੰਮ ਕਰੀ ਚੱਲੀਏ। ਅਸੀਂ ਹੁਣ ਖੁਦ ਉੱਥੇ ਐਮਐਲਏ ਮਿਨਿਸਟਰ ਬਣਾਂਗੇ, ਖੁਦ ਅਸੀਂ ਸੀਐਮ ਪੀਐਮ ਬਣਾਂਗੇ ਤੇ ਫਿਰ ਅਸੀਂ ਆਪਣੇ ਦੇਸ਼ ਦਾ ਸੁਧਾਰ ਕਰਾਂਗੇ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਇਹ ਸੀਗੇ ਤਰੁਣਜਨ ਬਾਵਾ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੱਲ੍ਹ ਜਿਹੜਾ 10 ਦਸੰਬਰ ਨੂੰ ਪ੍ਰਧਾਨ ਮੰਤਰੀ ਆਵਾਸ ਦਾ ਘਿਰਾਵ ਹੋਏਗਾ। ਸੋ ਜਿਹੜਾ ਵੀ ਇਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ, ਇਹਨਾਂ ਦਾ ਦਾਅਵਾ ਹੈਗਾ ਕਿ ਆਲ ਓਵਰ ਇੰਡੀਆ ਜਿਹੜੇ ਸਤਰ ਦੇ ਲੋਕ ਵਪਾਰੀ ਉੱਥੇ ਪਹੁੰਚ ਰਹੇ ਹੈ। ਸੋ ਉਮੀਦ ਕਰਦੇ ਹਾਂ ਕਿ ਜਿੱਦਾਂ ਦਾ ਇਹਨਾਂ ਨੇ ਕਿਹਾ ਸੋ ਉੱਦਾਂ ਦਾ ਇਹ ਉੱਥੇ ਇੱਕ ਵਾਰੀ ਜਾ ਕੇ ਘਿਰਾਵ ਕਰਨ ਦਾ ਜੋ ਇਹਨਾਂ ਨੇ ਕਾਲ ਕੀਤੀ ਹੈ, ਇਹ ਤਾਂ ਵਕਤ ਹੀ ਦੱਸੇਗਾ ਕਿ ਉਹਦੇ ਵਿੱਚ ਕਿੱਦਾਂ ਦੇ ਕਿੰਨੇ ਕੁ ਲੋਕ ਪਹੁੰਚਦੇ ਹੈ ਜਾਂ ਕੀ ਹੈ। ਪਰ ਫਿਲਹਾਲ ਇੱਕ ਵਾਰ ਨਜ਼ਰਾਂ ਸਾਰੀਆਂ ਇਹਨਾਂ 'ਤੇ ਟਿਕੀਆਂ ਹੋਈਆਂ। ਆਲ ਓਵਰ ਇੰਡੀਆ ਵਪਾਰੀਆਂ ਦੀ ਜਿਹੜੀ ਇੱਕ ਕਹਿ ਲਓ ਸਾਖ ਹੁਣ ਤਰੁਣਜਨ ਬਾਵਾ ਜੀ 'ਤੇ ਹੈ। ਇਹ ਨਾ ਹੋਵੇ ਕਿ ਉੱਥੇ ਇਕੱਠ ਹੀ ਨਾ ਹੋਵੇ ਜਾਂ ਇਹ ਨਾ ਹੋਵੇ ਕਿ ਉੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਰਸਤੇ 'ਚ ਹੀ ਰੋਕ ਲਿੱਤਾ ਜਾਵੇ। ਇਹ ਸਾਰਾ ਤਾਂ ਗੱਲਾਂ ਹੈਗੀਆਂ ਜਿਹੜੀ ਕੱਲ੍ਹ ਹੀ ਪਤਾ ਲੱਗਣਗੀਆਂ। ਫਿਲਹਾਲ ਤੁਹਾਡੇ ਨਾਲ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ हितैषी। धन्यवाद। जन हितैषी, TRP नहीं खरीदते, भरोसा जीतते हैं हम।